ਜਿਹੜਾ ਇਹ ਤੀਜਾ ਘੱਲੂਘਾਰਾ ਅੱਜ ਸਿੱਖ ਕੌਮ ਦੇ ਹਿਰਦੇ ਤੇ ਐਸਾ ਨਸੂਰ ਬਣਿਆ ਕਿ ਜਦੋਂ ਵੀ ਇਹ ਦਿਨ ਆਉਂਦੇ ਆ ਸਿੱਖ ਕੌਮ ਖੂਨ ਦੇ ਅੱਥਰੂ ਚੋਂਦੀ ਹੈ। ਤੇ ਜਿਹੜੀਆਂ ਵੀ ਸਰਕਾਰਾਂ ਦਿੱਲੀ ਤੇ ਕਾਬਜ ਹੋ ਜਾਂਦੀਆਂ ਉਹ ਹਮੇਸ਼ਾ ਵਾਸਤੇ ਅਕਾਲ ਤਖਤ ਦੇ ਨਾਲ ਟਕਰਾਉਂਦੀਆਂ ਨੇ। ਬਲੂ ਸਟਾਰ ਦੀ ਤਿਆਰੀ ਪਿਛਲੇ ਲਗਭਗ ਸਾਲ ਤੋਂ ਹੋ ਰਹੀ ਸੀ। ਉਹਦਾ ਜਿਹੜਾ ਇੱਕ ਜੋ ਕਿ ਵੇਖਣ ਦਾ ਤਰੀਕਾ ਸੀ ਸਰਕਾਰ ਦਾ ਕਿ ਇਹਨਾਂ ਕੋਲੇ ਕਿੰਨਾ ਕੁ ਅਸਲਾ ਹੈ, ਇਹਨਾਂ ਕੋਲੇ ਕੀ ਅੰਦਰ ਮਜੀਸ਼ਨ ਹੈ, ਕਿੰਨੀ ਕੁ ਤਿਆਰੀ ਹੈ, ਉਸ ਨੂੰ ਵੇਖਣ ਵਾਸਤੇ ਇਹਨਾਂ ਨੇ ਸ਼ੁਰੂਆਤ ਕੀਤੀ। 1 ਜੂਨ 1984 ਨੂੰ BSF ਤੇ CRP ਵੱਲੋਂ ਗੋਲੀ ਚਲਾਈ ਗਈ। ਇਹ ਜ਼ੁਲਮ ਦੀ ਸ਼ੁਰੂਆਤ ਹੋ ਗਈ, ਪ੍ਰਾਰੰਭਤਾ ਹੋ ਗਈ 1 ਜੂਨ 1984 ਨੂੰ 12 ਵਜੇ। ਫਿਰ 2 ਜੂਨ ਨੂੰ ਜਿਹੜੀ ਉਹ ਥੋੜਾ ਗੋਲੀ ਬੰਦ ਰਹਿੰਦੀ ਹੈ ਜਦੋਂ BSF ਤੇ CRP ਤੋਂ ਜਿਹੜਾ ਚਾਰਜ ਲੈ ਲੈਂਦੀ ਆ ਕੇ ਫੌਜ। ਤੇ ਫੌਜ ਫਿਰ ਸਵੇਰ 4 ਤਰੀਕ ਨੂੰ ਸਵੇਰ 4 ਵਜੇ ਇੱਕ ਐਸਾ ਜ਼ਬਰਦਸਤ ਬੰਬ ਮਾਰ ਕੇ ਇਸ ਤੀਜੇ ਘੱਲੂਘਾਰੇ ਦੀ ਪ੍ਰਾਰੰਭਤਾ ਕਰਦੀ ਹੈ। ਉਹ ਪਹਿਲਾਂ ਟੈਂਕੀ ਦੇ ਵਿੱਚ ਬੰਬ ਮਾਰ ਕੇ ਪਾਣੀ ਖਤਮ ਕਰ ਦਿੰਦੇ ਆ, ਫਿਰ ਲਾਈਟ ਖਤਮ ਕਰ ਦਿੰਦੇ ਆ, ਇਸ ਵਾਸਤੇ ਕਿ ਜਿਹੜੇ ਸਿੱਖ ਨੇ ਉਹ ਪਾਣੀ ਤੋਂ ਬਿਨਾਂ ਤੜਫ ਕੇ ਮਰ ਜਾਣ। ਤੇ ਬੱਚੇ ਜਿਹੜੇ ਸੀ ਉਹਨਾਂ ਦੇ ਉੱਪਰ ਜ਼ੁਲਮ ਜਿਹੜਾ ਸੀ ਬੜਾ ਭਾਰੀ, ਬੀਬੀਆਂ ਦੇ ਉੱਪਰ ਜ਼ੁਲਮ ਬੜਾ ਭਾਰੀ, ਔਰ ਜਿਹੜੇ ਵਿਚਾਰੇ ਨਿਹੱਥੇ ਲੋਕ ਸੀ ਉਹਨਾਂ ਤੇ ਜ਼ੁਲਮ ਬੜਾ ਭਾਰੀ ਹੋਣ ਕਰਕੇ ਬਹੁਤ ਹੀ ਉਹ ਤਰਾਸਦੀ ਭਰਿਆ ਸਮਾਂ ਸੀ। ਬਹੁਤ ਬਦਤ ਹਾਲਤ ਵਿੱਚ ਲਾਸ਼ਾਂ ਸੀ ਜਿਹੜੀਆਂ ਪ੍ਰਕਰਮਾਂ ਭਰੀ ਪਈ ਸੀ, ਬਰਾਂਡੇ ਭਰੇ ਪਏ ਸਨ, ਉਹਨਾਂ ਨੂੰ ਉਠਾਇਆ ਜਾ ਰਿਹਾ ਸੀਗਾ। ਔਰ ਉੱਥੇ ਵੇਖੋ ਉਹ ਜਿਹੜੇ ਸ਼ਰਾਬ ਪੀ ਕੇ ਲੋਕ ਉਹ ਲਾਸ਼ਾਂ ਨੂੰ ਉਠਾ ਰਹੇ ਸਨ। ਜਿਹੜੇ ਫੌਜ ਵਾਲੇ ਸਨ ਉਹ ਸਮੇਤ ਬੂਟਾਂ ਦੇ, ਤੇ ਉੱਥੇ ਸਿਗਰਟ ਬੀੜੀ ਵੀ ਪੀਤੀ ਜਾ ਰਹੀ ਸੀ, ਉੱਥੇ ਡਰਿੰਕ ਵੀ ਕੀਤੀ ਜਾ ਰਹੀ ਸੀ। ਪ੍ਰਕਰਮਾਂ ਤੋਂ ਤੇ ਕੈਂਪਾਂ ਤੱਕ ਦਾ ਸਫ਼ਰ ਬਹੁਤ ਮੁਸ਼ਕਲ ਵਾਲਾ ਸੀ। ਤੇ ਕੈਂਪਾਂ ਦੇ ਵਿੱਚ ਸਾਨੂੰ 90 ਦਿਨ ਬੜੇ ਤਸੀਹੇ ਦਿੱਤੇ ਗਏ ਕਿ ਜੇ ਸਾਨੂੰ ਰੋਟੀ ਦਿੰਦੇ ਸੀ ਉਹ, ਤਾਂ ਜੇ ਮੈਂ ਇਹ ਕਹਿ ਦੇਵਾਂ ਕਿ ਉਹ ਕੁੱਤਿਆਂ ਨਾਲੋਂ ਵੀ ਬਦਤਰ ਹਾਲਤ ਸਾਡੀ ਕਰਕੇ ਕਿ ਉਹ ਜਿਹੜਾ ਦਾਲ ਵਾਲਾ ਦੇਗਾ ਹੁੰਦਾ ਸੀ ਉਹ ਦੂਰ ਜਾ ਕੇ ਰੱਖ ਦੇਣਾ। ਰਸਤੇ ਵਿੱਚ 3 ਫੌਜੀਆਂ ਨੇ ਖੜਨਾ, ਤੇ ਜਦੋਂ ਅਸੀਂ ਉਹ ਕੋਈ ਪ੍ਰਸ਼ਾਦਾ ਲੈਣ ਜਾਣਾ ਉਹਨਾਂ ਨੇ ਡੰਡੇ ਮਾਰਦੇ ਜਾਣਾ। ਜਦੋਂ ਅਸੀਂ ਉਹ ਪ੍ਰਸ਼ਾਦਾ ਦਾਲ ਪਵਾ ਕੇ ਥਾਲ 'ਚ ਮੁੜਨਾ ਮਗਰ ਕੁੱਤਾ ਲਾ ਦੇਣਾ। 1 ਜੂਨ 1984 ਉਹ ਦਿਨ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੁੰਦਾ, ਸਰਕਾਰਾਂ ਵੱਲੋਂ ਆਪਰੇਸ਼ਨ ਬਲੂ ਸਟਾਰ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਸਿੱਖਾਂ ਵੱਲੋਂ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਜੋ ਹਰ ਸਾਲ ਮਨਾਇਆ ਜਾਂਦਾ। ਇਸ ਵਾਰ ਵੀ 1 ਤਰੀਕ ਤੋਂ ਸ਼ੁਰੂ ਹੋ ਕੇ 6 ਜੂਨ ਨੂੰ ਜਿਹੜਾ ਹੈਗਾ ਦਰਬਾਰ ਸਾਹਿਬ ਵਿੱਚ ਘੱਲੂਘਾਰਾ ਦਿਵਸ ਮਨਾਇਆ ਜਾਵੇਗਾ। ਉਸ ਘਟਨਾਕ੍ਰਮ ਦੌਰਾਨ ਇੱਕ ਅਜਿਹਾ ਸ਼ਖਸ ਸੀ ਜਿਸ ਨੂੰ ਹੁਣ ਤੱਕ ਅਣਗੌਲਿਆ ਰੱਖਿਆ ਗਿਆ, ਅੱਖੋਂ ਪਰੋਖੇ ਰੱਖਿਆ ਗਿਆ। ਉਸ ਗੁੰਮਨਾਮ ਵਿਅਕਤੀ ਨੂੰ ਜਗਬਾਣੀ TV ਜ਼ਰੀਏ ਅਸੀਂ ਤੁਹਾਨੂੰ ਮਿਲਾਵਾਂਗੇ ਅਤੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ। ਉਸ ਸਮੇਂ ਕੀ ਹੋਇਆ, ਕਿਵੇਂ ਫੌਜ ਆਈ, ਉਸ ਤੋਂ ਬਾਅਦ ਜੇਲ੍ਹਾਂ ਵਿੱਚ ਕੀ ਹੋਇਆ ਤੇ ਹੁਣ ਉਹਨਾਂ ਨਾਲ ਕੀ ਹੋ ਰਿਹਾ, ਉਸ ਸਾਰੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਗਿਆਨੀ ਬੂਟਾ ਸਿੰਘ ਜੋਧਪੁਰ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੋਧਪੁਰ ਜੀ, ਆਪਾਂ ਗੱਲ ਕਰੀਏ ਉਸ ਮੌਕੇ ਦੀ। ਉਹ ਮੌਕਾ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰਦੇ ਹਾਂ ਵੀ ਆਪਾਂ ਬਾਅਦ 'ਚ ਗੱਲ ਬਾਕੀ ਕਰਦੇ ਹਾਂ ਵੀ ਉਹ ਘਟਨਾ ਹੋਈ ਕਿਉਂ, ਜਿਹੜੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਉਸ ਚੀਜ਼ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਤਰ੍ਹਾਂ ਦੀ ਗੱਲਬਾਤ ਆਉਂਦੀਆਂ ਸਾਹਮਣੇ। ਕਿਉਂਕਿ ਤੁਸੀਂ ਉਹ ਆਪਦੀ ਅੱਖੀ ਹਟਾਇਆ, ਅੱਖੀ ਦੇਖਿਆ, ਆਪਦੇ ਤਨ 'ਤੇ ਹਟਾਇਆ। ਉਹ ਚੀਜ਼ ਦੇ ਵਿੱਚ ਕੀ ਕਾਰਨ ਬਣਿਆ ਉਸ ਸਮੇਂ ਵੀ ਜੋ ਉਹ ਇੱਕ ਘਟਨਾ ਬਲੂ ਸਟਾਰ ਆਪਰੇਸ਼ਨ ਕਰਨਾ ਪਿਆ ਸਰਕਾਰਾਂ ਨੂੰ? ਪਹਿਲੀ ਤਾਂ ਇਹ ਬੇਨਤੀ ਹੈ ਕਿ ਇੱਕ ਕਹਾਵਤ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਿਹਮਾ। ਭਾਵੇਂ ਇਹ ਜਿਹੜਾ ਸਰਕਾਰੀ ਕੋਡ ਬਲੂ ਸਟਾਰ ਆਪਰੇਸ਼ਨ ਤੇ ਸਿੱਖਾਂ ਦੀ ਭਾਸ਼ਾ ਵਿੱਚ ਤੀਜਾ ਘੱਲੂਘਾਰਾ ਹੋਇਆ, ਇਹਦੇ ਪਿਛੋਕੜ ਵਿੱਚ ਭਾਵੇਂ 2 ਪਹਿਲਾਂ ਘੱਲੂਘਾਰੇ ਹੋਏ, ਪਰ ਉਹਨਾਂ ਦਾ ਦੁੱਖ ਇੰਨਾ ਤਾਂ ਨਹੀਂ ਕਿ ਉਹ ਜਿਹੜੇ ਹੋਏ ਹੈ ਉਹ ਅਨਿਆਈ ਮੱਤ ਵਾਲਿਆਂ ਵੱਲੋਂ ਹੋਏ ਹੈ, ਉਹ ਵਿਦੇਸ਼ੀਆਂ ਵੱਲੋਂ ਹੋਏ ਹੈ। ਜਿਹੜਾ ਇਹ ਤੀਜਾ ਘੱਲੂਘਾਰਾ ਅੱਜ ਸਿੱਖ ਕੌਮ ਦੇ ਹਿਰਦੇ ਤੇ ਐਸਾ ਨਸੂਰ ਬਣਿਆ ਕਿ ਜਦੋਂ ਵੀ ਇਹ ਦਿਨ ਆਉਂਦੇ ਆ ਸਿੱਖ ਕੌਮ ਖੂਨ ਦੇ ਅੱਥਰੂ ਚੋਂਦੀ ਹੈ। ਉਹਦਾ ਕਾਰਨ ਇਹ ਹੈ ਕਿ ਅੱਜ ਤੱਕ ਆਜ਼ਾਦੀ ਤੋਂ ਬਾਅਦ
ਸਿੱਖਾਂ ਨੂੰ 2 ਨੰਬਰ ਦੇ ਸ਼ਹਿਰੀ ਕਰਕੇ ਮੰਨਣਾ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਨਾ ਦੇਣਾ, ਹੱਕਾਂ ਤੋਂ ਵਾਂਝੇ ਰੱਖਣਾ ਅਤੇ ਅੰਤ ਵਿੱਚ ਇੱਕ ਐਸਾ ਜ਼ਖਮ ਦੇ ਦੇਣਾ ਕਿ ਸਿੱਖ ਇੱਕ ਧਰਮ ਯੁੱਧ ਮੋਰਚਾ ਲਾਉਂਦੇ ਆ, ਆਪਣੀਆਂ ਜਾਇਜ਼ ਮੰਗਾਂ ਵਾਸਤੇ ਉਹ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੀਆਂ ਜਾਇਜ਼ ਮੰਗਾਂ ਮੰਨੀਆਂ ਜਾਣ। ਜਾਇਜ਼ ਮੰਗਾਂ ਮੰਨਣ ਦੀ ਬਜਾਏ ਸਿੱਖਾਂ ਨੂੰ ਇੱਕ ਤੀਜਾ ਘੱਲੂਘਾਰਾ ਮਿਲਦਾ ਹੈ, ਜਿਹਨੂੰ ਅਸੀਂ ਬਲੂ ਸਟਾਰ ਆਪਰੇਸ਼ਨ ਕੋਡ ਵਾਰਡ ਦੇ ਵਿੱਚ ਕਹਿੰਦੇ ਆ। ਇਹਦੇ ਹੋਣ ਦੇ ਕਾਰਨ ਮੈਂ ਤਾਂ ਇਹੀ ਸਮਝ ਰਿਹਾ ਆਪਣੀ ਮਤ ਅਨੁਸਾਰ ਕਿ ਸਿੱਖਾਂ ਨੂੰ ਨਿਆਂ ਨਾ ਦੇਣਾ, ਸਿੱਖਾਂ ਨੂੰ ਹਮੇਸ਼ਾ ਦਬਾ ਕੇ ਰੱਖਣਾ, ਸਿੱਖਾਂ ਨੂੰ ਸਬਕ ਸਿਖਾਉਣਾ ਤੇ ਜਿਹੜੀਆਂ ਵੀ ਸਰਕਾਰਾਂ ਦਿੱਲੀ ਤੇ ਕਾਬਜ ਹੋ ਜਾਂਦੀਆਂ ਉਹ ਹਮੇਸ਼ਾ ਵਾਸਤੇ ਅਕਾਲ ਤਖਤ ਦੇ ਨਾਲ ਟਕਰਾਉਂਦੀਆਂ ਨੇ ਤੇ ਜ਼ੁਲਮ ਕਰਦੀਆਂ ਨੇ। ਉਸੇ ਜ਼ੁਲਮ ਦੀ ਲੜੀ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਲੜੀ ਸਕੀਮ ਦੇ ਅਧੀਨ ਹੀ, ਮੋਟੇ ਸ਼ਬਦਾਂ ਵਿੱਚ ਮੈਂ ਇਹ ਕਹਿ ਸਕਦਾ ਕਿ ਉਸੇ ਹੀ ਸਕੀਮ ਦਾ ਹਿੱਸਾ ਹੈ ਇਹ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ। ਗੱਲ ਕਰੀਏ ਤੁਸੀਂ ਆਪਾਂ ਉਸ ਮੌਕੇ ਤੇ ਮੌਜੂਦ ਸੀਗੇ, ਤੁਸੀਂ ਦੱਸਿਆ ਸੀ ਅਸੀਂ ਮੌਕੇ ਤੇ ਮੌਜੂਦ ਸੀ। ਕੀ ਇਹ ਸਾਰਾ ਘਟਨਾਕ੍ਰਮ ਉਸ ਸਮੇਂ ਹੋਇਆ ਸੀ? ਘਟਨਾਕ੍ਰਮ ਇਹ ਹੋਇਆ ਕਿ ਅਚਾਨਕ, ਕਿਉਂਕਿ ਪਿਛਲੇ 22-23 ਮਹੀਨਿਆਂ ਤੋਂ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀਗਾ, ਅਨੇਕਾਂ ਪੜਾਵਾਂ ਵਿੱਚ ਦੀ ਮੋਰਚਾ ਟੱਪ ਰਿਹਾ ਸੀਗਾ, ਤਾਂ ਇਹ ਜਿਹੜਾ 1 ਜੂਨ ਤੇ 1984 ਵਾਲਾ ਦਿਨ ਜਦੋਂ ਆਇਆ, ਲਗਭਗ ਦਿਨ ਦੇ 12 ਵਜੇ, ਉਸ ਵੇਲੇ BSF ਤੇ CRP ਵੱਲੋਂ ਗੋਲੀ ਚਲਾਈ ਗਈ। ਉਸ ਗੋਲੀ ਚਲਾਉਣ ਦਾ ਮਕਸਦ ਇਹ ਸੀ ਕਿ ਜਿਹੜਾ ਬਲੂ ਸਟਾਰ ਦੀ ਤਿਆਰੀ ਪਿਛਲੇ ਲਗਭਗ ਸਾਲ ਤੋਂ ਹੋ ਰਹੀ ਸੀ, ਉਹਦਾ ਜਿਹੜਾ ਇੱਕ ਜੋ ਕਿ ਵੇਖਣ ਦਾ ਤਰੀਕਾ ਸੀ ਸਰਕਾਰ ਦਾ ਕਿ ਇਹਨਾਂ ਕੋਲੇ ਕਿੰਨਾ ਕੁ ਅਸਲਾ ਹੈ, ਇਹਨਾਂ ਕੋਲੇ ਕੀ ਅੰਦਰ ਮਜੀਸ਼ਨ ਹੈ, ਕਿੰਨੀ ਕੁ ਤਿਆਰੀ ਹੈ, ਉਸ ਨੂੰ ਵੇਖਣ ਵਾਸਤੇ ਇਹਨਾਂ ਨੇ ਸ਼ੁਰੂਆਤ ਕੀਤੀ। 1 ਜੂਨ 1984 ਨੂੰ BSF ਤੇ CRP ਵੱਲੋਂ ਗੋਲੀ ਚਲਾਈ ਗਈ। ਉਸ ਗੋਲੀ ਨੂੰ ਪੂਰਾ ਦਿਨ ਮਤਲਬ ਸ਼ਾਮ ਤੱਕ ਵੀ ਜਾਰੀ ਰੱਖਿਆ। ਦਰਬਾਰ ਸਾਹਿਬ ਦੇ ਵਿੱਚ ਵੀ ਗੋਲੀਆਂ ਵੱਜੀਆਂ ਤੇ ਭਾਈ ਮਹਿੰਗਾ ਸਿੰਘ ਸ਼ਹੀਦ ਹੋ ਗਿਆ ਬੱਬਰ, ਅਤੇ ਹੋਰ 8-9 ਯਾਤਰੂ ਵਿਚਾਰੇ ਗੁਰਸਿੱਖ ਸ਼ਹੀਦ ਹੋ ਗਏ। ਇਹ ਜ਼ੁਲਮ ਦੀ ਸ਼ੁਰੂਆਤ ਹੋ ਗਈ, ਪ੍ਰਾਰੰਭਤਾ ਹੋ ਗਈ 1 ਜੂਨ 1984 ਨੂੰ 12 ਵਜੇ। ਉਸ ਸਮੇਂ ਤੁਸੀਂ ਉੱਥੇ ਕਿੱਥੇ ਸੀਗੇ ਤੇ ਜਦੋਂ ਲਗਾਤਾਰ ਹਮਲਾ ਹੋਇਆ, ਕਾਫੀ ਸਿੱਖ ਸ਼ਹੀਦ ਹੋਏ ਆ, ਪੁਲਿਸ ਜਿਹੜੇ ਫੌਜ ਦੇ ਵੀ ਸ਼ਹੀਦ ਹੋਏ ਆ, ਤੇ ਉਸ ਦੌਰਾਨ ਤੁਹਾਡੇ ਵੱਲੋਂ ਫਿਰ ਕਿੱਦਾਂ ਆਪਣੀ ਜਾਨ ਬਚਾਈ ਗਈ ਕਿ ਜਿਹੜਾ, ਕਿਉਂਕਿ ਤੁਸੀਂ ਸਾਰਾ ਹਾਲ ਆਪਦੇ ਅੱਖੀਂ ਦੇਖਿਆ ਹੈਗਾ? ਜੇ ਮੈਂ ਤੁਹਾਨੂੰ 1 ਜੂਨ ਦੀ ਗੱਲ ਦੱਸਾਂ ਤੇ 1 ਜੂਨ ਨੂੰ ਮੈਂ ਜੋ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਗਰ ਹੈ, ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸੰਗਤਾਂ ਨੂੰ ਮਿਲਿਆ ਕਰਦੇ ਸਨ, ਉਸ ਵੇਲੇ ਉੱਥੇ ਮੈਂ ਦੀਵਾਨ ਦੇ ਵਿੱਚ ਆਪਣੀਆਂ ਵਾਰਾਂ ਤੇ ਆਪਣਾ ਪ੍ਰਚਾਰ ਕਰ ਰਿਹਾ ਸੀ ਸੰਤਾਂ ਦੇ ਹੁਕਮ ਮੁਤਾਬਕ। ਤੇ ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਜਿਹੜੇ ਬਾਬਾ ਖੜਕ ਸਿੰਘ ਵਾਲੀ ਜਿਹੜੀ ਡਿਊਟੀ ਹੈ, ਉੱਥੇ ਸਾਡਾ ਮੋਰਚਾ ਸੀ। ਅਸੀਂ ਉੱਥੇ ਆ ਕੇ ਉਸ ਮੋਰਚੇ ਦੇ ਵਿੱਚ ਉਹ ਜਿਹੜਾ ਸਮਾਂ ਸੀਗਾ ਬਾਕੀ ਦਾ, ਉਹ ਸਮਾਂ ਅਸੀਂ ਉੱਥੇ ਕੱਟਿਆ। ਤੇ ਜਦੋਂ ਉਹ ਮੋਰਚਾ ਟੁੱਟ ਜਾਂਦਾ, ਬੜੇ ਭਿਆਨਕ ਹਾਲਾਤ ਬਣ ਜਾਂਦੇ ਵਿੱਚ, ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਸ਼ਾਰਟਕਟ ਦੱਸ ਰਿਹਾ। ਵੈਸੇ ਤਾਂ 1 ਜੂਨ ਤੋਂ ਬਾਅਦ ਫਿਰ 2 ਜੂਨ ਨੂੰ ਜਿਹੜੀ ਉਹ ਥੋੜ੍ਹਾ ਗੋਲੀ ਬੰਦ ਰਹਿੰਦੀ ਹੈ, ਜਦੋਂ BSF ਤੇ CRP ਤੋਂ ਜਿਹੜਾ ਚਾਰਜ ਲੈ ਲੈਂਦੀ ਆ ਕੇ ਫੌਜ, ਤੇ ਫੌਜ ਫਿਰ ਸੁਬਾਹ 4 ਤਰੀਕ ਨੂੰ ਸੁਬਾਹ 4 ਵਜੇ ਇੱਕ ਐਸਾ ਜ਼ਬਰਦਸਤ ਬੰਬ ਮਾਰ ਕੇ ਇਸ ਤੀਜੇ ਘੱਲੂਘਾਰੇ ਦੀ ਪ੍ਰਾਰੰਭਤਾ ਕਰਦੀ ਹੈ। ਫਿਰ ਬਹੁਤ ਜ਼ਿਆਦਾ ਗੋਲਾਬਾਰੀ ਤੇ ਬੰਬਬਾਰੀ ਹੁੰਦੀ ਹੈ, ਜਿਹਦੇ ਵਿੱਚ ਉਹ ਪਹਿਲਾਂ ਟੈਂਕੀ ਦੇ ਵਿੱਚ ਬੰਬ ਮਾਰ ਕੇ ਪਾਣੀ ਖਤਮ ਕਰ ਦਿੰਦੇ ਹੈ, ਫਿਰ ਲਾਈਟ ਖਤਮ ਕਰ ਦਿੰਦੇ ਹੈ, ਇਸ ਵਾਸਤੇ ਕਿ ਜਿਹੜੇ ਸਿੱਖ ਨੇ ਉਹ ਪਾਣੀ ਤੋਂ ਬਿਨਾਂ ਤੜਫ ਕੇ ਮਰ ਜਾਣ। ਤੇ ਗਰਮੀ 'ਚ, ਕਿਉਂਕਿ ਜੂਨ ਦਾ ਮਹੀਨਾ, ਬੜੀ ਅੱਤ ਦੀ ਗਰਮੀ, ਲਾਸ਼ਾਂ ਦੀ ਭੜਾਸ, ਉੱਥੇ ਬੱਚੇ ਵੀ, ਬੁੱਢੇ, ਬਜ਼ੁਰਗ ਔਰ ਆਏ ਹੋਏ ਯਾਤਰੂ ਮੋਰਚੇ ਵਿੱਚ ਸ਼ਾਮਲ ਹੋਣ ਵਾਸਤੇ ਸੰਗਰੂਰ ਤੋਂ ਆਈਆਂ ਬੱਸਾਂ ਸੰਗਤਾਂ ਦੀਆਂ ਭਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 3 ਜੂਨ ਨੂੰ ਗੁਰਪੁਰਬ ਮਨਾਉਣ ਵਾਸਤੇ ਪੂਰੀ ਦੁਨੀਆ ਤੋਂ ਸਿੱਖ ਆ ਕੇ ਇਕੱਠੇ ਹੋਏ। ਉਹਨਾਂ ਨੂੰ ਤਸੀਹੇ ਤੇ ਸਬਕ ਸਿਖਾਉਣ ਵਾਸਤੇ ਪਾਣੀ ਬੰਦ ਕਰ ਦਿੱਤਾ ਗਿਆ, ਕਿਸੇ ਨੂੰ ਬਾਹਰ ਨਿਕਲਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ, ਕੋਈ ਚੰਗੀ ਤਰ੍ਹਾਂ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਦੀ ਨੀਤ ਦਾ ਇੱਥੋਂ ਪਤਾ ਲੱਗਦਾ ਸੀ ਕਿ ਇਹ ਬਹੁਤ ਬੁਰੀ ਦੇ ਉੱਪਰ ਆਏ ਹੋਏ ਨੇ, ਸਿੱਖਾਂ ਦੀ ਨਸਲਕੁਸ਼ੀ ਕਰਨ ਤੇ ਤੁਲੇ ਹੋਏ ਨੇ। ਤਾਂ ਉਸ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਭਿਆਨਕ ਸਮਾਂ ਸੀ, ਉਹ ਯੁੱਧ ਵਾਲੇ ਸਿੰਘ ਜਿਹੜੇ ਸਨ ਉਹ ਚੜ੍ਹਦੀ ਕਲਾ 'ਚ ਰਹੇ,
ਕਿਸੇ ਨੇ ਕੋਈ ਮਹਿਸੂਸ ਨਹੀਂ ਕਰਿਆ ਕਿ ਮੈਨੂੰ ਪਾਣੀ ਪੀਣ ਨੂੰ ਨਹੀਂ ਮਿਲਿਆ ਜਾਂ ਮੈਨੂੰ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਿਆ। ਸਭ ਨੂੰ ਸ਼ਹੀਦੀਆਂ ਦਾ ਚਾਅ ਸੀ। ਪਰ ਜਿਵੇਂ ਜਿਵੇਂ ਮੋਰਚੇ ਉੱਪਰੋਂ ਟੁੱਟਦੇ ਗਏ ਤੇ ਉਹ ਜਹਾਜ਼ਾਂ ਤੋਂ ਲੈ ਕੇ ਟੈਂਕ ਤੱਕ ਵਰਤੋਂ ਦੇ ਵਿੱਚ ਲੈ ਆਂਦੇ, ਤਾਂ ਉਸ ਵੇਲੇ ਥੱਲੇ ਜਿਹੜੀ ਆਮ ਸੰਗਤ ਸੀ ਉਹਨਾਂ ਦਾ ਪਾਣੀ ਬਿਨਾਂ ਤੇ ਉਹਨਾਂ ਦਾ ਜਿਹੜਾ ਛਕਣ ਛਕਾਉਣ ਤੋਂ ਬਿਨਾਂ ਤੇ ਉਹਨਾਂ ਦੇ ਬੱਚੇ ਜਿਹੜੇ ਸੀ ਉਹਨਾਂ ਦੇ ਉੱਪਰ ਜ਼ੁਲਮ ਜਿਹੜਾ ਸੀ ਬੜਾ ਭਾਰੀ, ਬੀਬੀਆਂ ਦੇ ਉੱਪਰ ਜ਼ੁਲਮ ਬੜਾ ਭਾਰੀ, ਔਰ ਜਿਹੜੇ ਵਿਚਾਰੇ ਨਿਹੱਥੇ ਲੋਕ ਸੀ ਉਹਨਾਂ ਤੇ ਜ਼ੁਲਮ ਬੜਾ ਭਾਰੀ ਹੋਣ ਕਰਕੇ ਬਹੁਤ ਹੀ ਉਹ ਤਰਾਸਦੀ ਭਰਿਆ ਸਮਾਂ ਸੀ। ਤੁਸੀਂ ਇਸ ਘਟਨਾ ਕਾਲ ਦੇ ਕਿਉਂਕਿ ਕਾਫੀ ਸਿੱਖ ਸ਼ਹੀਦ ਹੋ ਗਏ ਸਨ, ਤੁਹਾਡੇ ਵੱਲੋਂ ਜਾਂ ਤੁਹਾਡੇ ਹੋਰ ਸਾਥੀ ਕਿੰਨੇ ਫਿਰ ਜਿਹੜੇ ਹੈਗੇ ਆ, ਕਿਉਂਕਿ ਕਾਫੀ ਸਿੱਖ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਉਸ ਤੋਂ ਬਾਅਦ ਜਦੋਂ 6 ਤਰੀਕ ਨੂੰ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਗਿਆ ਸੀ। ਪਹਿਲੀ ਗੱਲ ਤਾਂ ਜਿਹੜੇ ਸਾਥੀ ਸੀ ਉਹ ਸਮਾਂ ਐਸਾ ਸੀ ਵੀ ਜਦੋਂ ਬੰਬ ਵੱਜਦੇ ਸੀ ਤੇ ਉਸ ਵੇਲੇ ਕਿਸੇ ਨੂੰ ਦੂਸਰੇ ਦਾ ਕੋਲੇ ਬੈਠੇ ਦਾ ਪਤਾ ਵੀ ਨਹੀਂ ਲੱਗਦਾ ਸੀ ਵੀ ਕੀ ਹੋ ਰਿਹਾ। ਇੰਨੀ ਉੱਥੇ ਜਿਹੜਾ ਗਰਦੋ ਗੁਬਾਰ ਤੇ ਇੰਨਾ ਦਹਿਸ਼ਤ ਦਾ ਤੇ ਇੰਨਾ ਉੱਥੇ ਗੋਲੀ ਦਾ ਜਿਹੜਾ ਵਰਨਾ ਸੀ। ਤਾਂ ਜਿਹੜਾ ਹੈਗਾ ਅਸੀਂ ਜਦੋਂ ਉਹ ਮੋਰਚਾ ਟੁੱਟ ਜਾਂਦਾ ਹੈ ਬਾਬਾ ਖੜਕ ਸਿੰਘ ਵਾਲੀ ਡਿਊਟੀ ਦਾ, ਤਾਂ ਅਸੀਂ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਜੋ ਪੀਏ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੇ, ਉਹਨਾਂ ਦੇ ਕਮਰੇ ਵਿੱਚ ਆ ਜਾਂਦੇ ਆ। ਤੇ ਉਹ ਜਿਹੜਾ ਸਾਡਾ ਉਸ ਕਮਰੇ ਵਿੱਚ ਆ ਕੇ ਸਾਡੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ 6 ਤਰੀਕ ਨੂੰ ਸ਼ਾਮ ਨੂੰ ਉਸ ਕਮਰੇ 'ਚ ਹੁੰਦੀ ਹੈ। ਜਦੋਂ ਫੌਜੀ ਉਸ ਕਮਰੇ ਦਾ ਬਾਰ ਖੋਲ੍ਹਦੇ ਆ, ਉੱਥੇ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਉਦੋਂ ਪਹਿਲਾਂ ਸ਼ਹੀਦ ਹੋ ਚੁੱਕੇ ਹੁੰਦੇ ਹਨ ਤੇ ਬੀਬੀ ਪ੍ਰੀਤਮ ਕੌਰ ਦੇ ਉਹਨਾਂ ਦੇ ਵੀ ਛਾਤੀ ਦੇ ਵਿੱਚ ਜਿਹੜਾ ਸਰਲੇ ਵੱਜਦੇ ਆ, ਉਹਨਾਂ ਦੇ ਬੱਚੇ ਦੀ ਛਾਤੀ ਵਿੱਚ ਹੋ ਕੇ ਉਹਨਾਂ ਦਾ ਬੱਚਾ ਜਿਹੜਾ ਹੈ ਉਹ ਉੱਥੇ ਸ਼ਹੀਦ ਹੋ ਜਾਂਦਾ ਹੈ। ਤਾਂ ਉੱਥੇ ਫਿਰ ਐਸਾ ਮਾਹੌਲ ਹੈ ਕਿ ਬਿਨਾਂ ਕਿਸੇ ਗੋਲੀ ਤੋਂ ਵੀ ਇੰਨੇ ਪਿਆਸ ਨਾਲ ਵਿਆਕਲ ਹੋਈ। ਜਿਹੜੇ ਉੱਥੇ ਅਸੀਂ ਜਿੰਨੇ ਸੀਗੇ ਪਛਾਣ ਤਾਂ ਨਹੀਂ ਸੀ ਆਉਂਦੀ ਹਨੇਰੇ 'ਚ, ਪਰ ਜਦੋਂ ਅਸੀਂ ਬਾਹਰ ਖੋਲ੍ਹਿਆ ਯਕਦਮ ਖੜ੍ਹੇ ਹੋਏ, ਉਹਨਾਂ ਨੇ ਸਾਡੀਆਂ ਮਗਰ ਬਾਹਾਂ ਬੰਨ੍ਹ ਲਈਆਂ ਤੇ ਬਾਹਾਂ ਬੰਨ੍ਹ ਕੇ ਸਾਨੂੰ ਬਾਬਾ ਦੀਪ ਸਿੰਘ ਵਾਲੀ ਬਾਹੀ ਇੱਥੇ ਲਿਆ ਕੇ ਤਪਦੇ ਫਰਸ਼ ਦੇ ਉੱਤੇ ਬਿਠਾਇਆ। ਤੇ ਜਿਹੜਾ ਉਹਨਾਂ ਦਾ ਕੋਈ ਅਫਸਰ ਸੀ ਉਹ ਜ਼ਰੂਰ ਕਹਿ ਰਿਹਾ ਸੀ ਕਿ ਭਈ ਹੁਣ ਬਲੂ ਸਟਾਰ ਸਮਾਪਤ ਹੋ ਗਿਆ ਹੈ, ਜਿਹੜਾ ਕੋਈ ਹੁਣ ਗ੍ਰਿਫਤਾਰੀ ਦੇਵੇਗਾ ਗੋਲੀ ਨਹੀਂ ਮਾਰੀ ਜਾਵੇਗੀ। ਹਾਲਾਂਕਿ 4 ਸਫੇਰੇ ਪ੍ਰਕਰਮਾਂ ਦੇ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਸਨ ਅਤੇ ਸਿੱਖਾਂ ਨੂੰ ਸ਼ਹੀਦ ਹੋਰ ਕਰਿਆ ਜਾ ਰਿਹਾ ਸੀ। ਹੋਰ ਵੀ ਬੜੇ ਭਿਆਨਕ ਜਿਹੜੇ ਸਮੇਂ ਸਨ ਉਹ ਬੀਬੀਆਂ ਦੇ ਨਾਲ ਬੜੇ ਜਿਹੜਾ ਤਸ਼ੱਦਦ ਭਰਿਆ ਵਰਤਾਓ ਕਰਿਆ ਜਾ ਰਿਹਾ ਸੀ। ਬਜ਼ੁਰਗਾਂ ਨੂੰ ਔਰ ਬੀਬੀਆਂ ਨੂੰ ਬੱਚਿਆਂ ਨੂੰ ਤਸੀਹ ਦਿੱਤੇ ਜਾ ਰਹੇ ਸਨ। ਤਾਂ ਫਿਰ ਸਾਨੂੰ ਉੱਥੇ ਬਿਠਾ ਦਿੱਤਾ ਆ ਕੇ ਪ੍ਰਕਰਮਾਂ ਦੇ ਵਿੱਚ ਜੋ ਬਾਬਾ ਦੀਪ ਸਿੰਘ ਵਾਲੀ ਬਾਹੀ ਹੈ। ਤੁਹਾਡੀ ਗੱਲ ਕਰੀਏ, ਜਦੋਂ ਤੁਹਾਡੀ ਗ੍ਰਿਫਤਾਰੀ ਹੋਈ ਆ ਉਸ ਸਮੇਂ ਤੁਹਾਡੇ ਕਿਵੇਂ ਹਾਲਾਤ ਸੀ? ਤੁਹਾਡੇ ਵੀ ਕਿਤੇ ਗੋਲੀ ਲੱਗੀ ਸੀ ਜਾਂ ਕੋਈ ਪੁਲਿਸ ਵੱਲੋਂ ਜਿਵੇਂ ਭੰਨ ਕੀਤੀ ਗਈ ਸੀਗੀ, ਕੁੱਟਮਾਰ ਕੀਤੀ ਗਈ, ਉਸ ਤਰ੍ਹਾਂ ਤੁਹਾਡੇ ਨਾਲ ਕੋਈ ਹਾਲਾਤ ਕਿੱਦਾਂ ਸੀ? ਨਹੀਂ, ਉਸ ਤੋਂ ਪਹਿਲਾਂ ਤਾਂ ਪੁਲਿਸ ਦਾ ਕੋਈ ਇਸ ਤਰ੍ਹਾਂ ਨਹੀਂ ਸੀ। ਜਿਹੜੇ ਪਹਿਲਾਂ ਕੋਈ ਥੋੜੇ ਘਣੇ ਰਿਮਾਂਡ ਪਹਿਲਾਂ ਉਹ ਚੱਲੇ ਸੀ, ਉਹਦੇ 'ਚ ਕੁੱਟਮਾਰ ਹੋਈ ਸੀ। ਪਰ ਉਸ ਵੇਲੇ ਤਾਂ ਮਤਲਬ ਕੋਈ ਕੁੱਟਮਾਰ ਜਿਹੜੀ ਹੈ ਉਹ ਬਾਅਦ 'ਚ ਸਾਡੇ ਫੌਜੀਆਂ ਨੇ ਬਾਅਦ 'ਚ ਸਾਡੀ ਕੁੱਟਮਾਰ ਪ੍ਰਕਰਮਾਂ 'ਚ ਕਰੀ ਹੈ ਜਦੋਂ ਸਾਨੂੰ ਗ੍ਰਿਫਤਾਰ ਕਰ ਲਿਆ। ਉਦੋਂ ਪਹਿਲਾਂ ਤਾਂ ਸਾਡੇ ਨਾਲ ਅਸੀਂ ਮੁਕਾਬਲੇ 'ਤੇ ਲੜਦੇ ਹੀ ਰਹੇ ਤਾਂ ਕੋਈ ਸਾਡੇ ਨਾਲ ਕੋਈ ਗੋਲੀ ਵੀ ਨਹੀਂ ਸੀ ਮੇਰੇ ਵੱਜੀ। ਤਾਂ ਗੱਲ ਕਰੀ ਗ੍ਰਿਫਤਾਰੀ ਤੋਂ ਬਾਅਦ ਫਿਰ ਤੁਹਾਨੂੰ ਕਿੱਥੇ ਰੱਖਿਆ ਗਿਆ ਸੀ? ਕਿਉਂਕਿ ਕਾਫੀ ਮਾਤਰਾ ਦੇ ਵਿੱਚ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਉਹਦੇ ਵਿੱਚ ਫਿਰ ਕਿੰਨਿਆਂ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ? ਲਗਭਗ ਸਾਨੂੰ ਦੱਸਿਆ ਜਾ ਰਿਹਾ ਸੀ ਕਿ 10,000 ਬੱਚੇ ਬਜ਼ੁਰਗ ਗ੍ਰਿਫਤਾਰ ਕਰੇ ਸੀ। ਤੇ ਸਾਨੂੰ ਪ੍ਰਕਰਮਾਂ 'ਚੋਂ ਲਿਆ ਕੇ ਬਾਹਰ ਘੰਟਾ ਘਰ ਵਾਲੀ ਬਾਹੀ ਰੱਖਿਆ ਗਿਆ। 8 ਤਰੀਕ ਨੂੰ ਜਦੋਂ ਗਿਆਨੀ ਜੈਲ ਸਿੰਘ ਉੱਥੇ ਆਏ, ਸਾਨੂੰ ਉੱਥੋਂ ਪ੍ਰਕਰਮਾਂ 'ਚੋਂ ਉਠਾ ਕੇ ਪ੍ਰਕਰਮਾਂ ਵਿਹਲੀ ਕਰੀ ਗਈ। ਲਾਸ਼ਾਂ ਵੀ ਉੱਥੋਂ ਸਾਡੇ ਸਾਹਮਣੇ ਬਹੁਤ ਬਦਤ ਹਾਲਤ ਵਿੱਚ ਲਾਸ਼ਾਂ ਸੀ, ਜਿਹੜੀਆਂ ਪ੍ਰਕਰਮਾਂ ਭਰੀ ਪਈ ਸੀ, ਬਰਾਂਡੇ ਭਰੇ ਪਏ ਸਨ, ਉਹਨਾਂ ਨੂੰ ਉਠਾਇਆ ਜਾ ਰਿਹਾ ਸੀਗਾ। ਔਰ ਉੱਥੇ ਵੇਖੋ ਉਹ ਜਿਹੜੇ ਸ਼ਰਾਬ ਪੀ ਕੇ ਲੋਕ ਉਹ ਲਾਸ਼ਾਂ ਨੂੰ ਉਠਾ ਰਹੇ ਸਨ। ਜਿਹੜੇ ਫੌਜ ਵਾਲੇ ਸਨ ਉਹ ਸਮੇਤ ਬੂਟਾਂ ਦੇ ਤੇ ਉੱਥੇ ਸਿਗਰਟ ਬੀੜੀ ਵੀ ਪੀਤੀ ਜਾ ਰਹੀ ਸੀ, ਉੱਥੇ ਡਰਿੰਕ ਵੀ ਕੀਤੀ ਜਾ ਰਹੀ ਸੀ। ਔਰ ਇਸ ਹਾਲਤ ਵਿੱਚ ਸਾਨੂੰ ਉਹਨਾਂ ਨੇ ਮਗਰੋਂ ਬਾਹਾਂ ਬੰਨ੍ਹ ਕੇ ਨੂੜ ਕੇ ਇਹ ਘੰਟਾ ਘਰ ਵਾਲੀ ਬਾਹੀ ਲਿਆਂਦਾ 8 ਤਰੀਕ ਨੂੰ। 8 ਤਰੀਕ ਸਾਰਾ ਦਿਨ ਅਸੀਂ ਉੱਥੇ ਰਹੇ। ਸ਼ਾਮ ਨੂੰ ਸਾਨੂੰ ਉੱਥੋਂ ਟੈਂਕਾਂ ਵਿੱਚ ਲੱਦ ਕੇ ਕੁੱਟਮਾਰ ਕਰਕੇ ਤੇ ਸਾਨੂੰ ਉੱਥੇ ਜਿਹੜਾ ਕੈਂਪ ਹੈ ਫੌਜੀ ਕੈਂਪ 'ਚ ਲਿਆਂਦਾ ਗਿਆ। ਉੱਥੇ ਬਹੁਤ ਜ਼ਿਆਦਾ ਸਾਨੂੰ ਜਿਹੜਾ ਐਸੇ ਕਮਰੇ 'ਚ ਰੱਖਿਆ ਗਿਆ ਜਿੱਥੇ ਕੋਈ ਬਰੂਦ ਜਾਂ ਕੋਈ ਆਪਣਾ ਅਸਲਾ ਰੱਖਦੇ ਸੀ, ਜਾਂ ਉਹ ਕਮਰੇ ਬਿਲਕੁਲ ਸਫਾਈ ਜਾਂ ਕੋਈ ਹਵਾ ਨਹੀਂ ਲੱਗਦੀ ਸੀ। ਉੱਥੇ ਜਾ ਕੇ ਸਾਡੇ ਬਹੁਤ ਹੀ ਸਿੰਘ ਸ਼ਹੀਦ ਹੋਏ ਬਿਨਾਂ ਪਾਣੀ ਤੋਂ ਔਰ ਗਰਮੈਸ਼ ਵਿੱਚ। ਉੱਥੇ ਸਾਨੂੰ ਪ੍ਰਕਰਮਾਂ ਤੋਂ ਤੇ ਕੈਂਪਾਂ ਤੱਕ ਦਾ ਸਫ਼ਰ ਬਹੁਤ ਮੁਸ਼ਕਲ ਵਾਲਾ ਸੀ। ਤੇ ਕੈਂਪਾਂ ਦੇ ਵਿੱਚ ਸਾਨੂੰ 90 ਦਿਨ ਬੜੇ ਤਸੀਹੇ ਦਿੱਤੇ ਗਏ। ਉੱਥੇ ਸਾਨੂੰ ਪਹਿਲਾਂ ਤਾਂ ਗਰਮੀ ਦੇ ਵਿੱਚ ਪਹਿਲੀ ਰਾਤ ਬੜੇ ਮਾਰਿਆ ਗਿਆ। ਉਸ ਤੋਂ ਬਾਅਦ
ਸਾਨੂੰ ਉਹ ਪਿਆ ਹੋਇਆਂ ਨੂੰ ਟੋ ਕੇ ਠਾ ਕੇ ਲੈ ਜਾਂਦੇ ਸੀ ਤੇ ਬਾਹਰ ਲਿਜਾ ਕੇ ਪਤਾ ਨਹੀਂ ਕਿੱਥੇ ਮਾਰਦੇ ਖਪਾਉਂਦੇ ਸੀ। ਜੇ ਮਾੜੀ ਮੋਟੀ ਸਾਨੂੰ ਸਹੂਲਤ ਦਿੱਤੀ ਵੀ ਗਈ ਉਹ ਸੀ ਕਿ ਜੇ ਸਾਨੂੰ ਰੋਟੀ ਦਿੰਦੇ ਸੀ ਉਹ, ਤਾਂ ਜੇ ਮੈਂ ਇਹ ਕਹਿ ਦੇਵਾਂ ਕਿ ਉਹ ਕੁੱਤਿਆਂ ਨਾਲੋਂ ਵੀ ਬਦਤਰ ਹਾਲਤ ਸਾਡੀ ਕਰਕੇ ਕਿ ਉਹ ਜਿਹੜਾ ਦਾਲ ਵਾਲਾ ਦੇਗਾ ਹੁੰਦਾ ਸੀ ਉਹ ਦੂਰ ਜਾ ਕੇ ਰੱਖ ਦੇਣਾ। ਰਸਤੇ ਵਿੱਚ 3 ਫੌਜੀਆਂ ਨੇ ਖੜਨਾ ਤੇ ਜਦੋਂ ਅਸੀਂ ਉਹ ਕੋਈ ਪ੍ਰਸ਼ਾਦਾ ਲੈਣ ਜਾਣਾ ਉਹਨਾਂ ਨੇ ਡੰਡੇ ਮਾਰਦੇ ਜਾਣਾ। ਜਦੋਂ ਅਸੀਂ ਉਹ ਪ੍ਰਸ਼ਾਦਾ ਦਾਲ ਪਵਾ ਕੇ ਥਾਲ 'ਚ ਮੁੜਨਾ ਮਗਰ ਕੁੱਤਾ ਲਾ ਦੇਣਾ ਤੇ ਬੜੇ ਭੱਦੇ ਸ਼ਬਦ ਵਰਤਣੇ ਕਿ ਤੁਸੀਂ ਦੇਸ਼ ਧਰੋਹੀ ਹੋ, ਤੁਸੀਂ ਪਾਕਿਸਤਾਨ ਦੇ ਏਜੰਟ ਹੋ। ਉਹ ਸਾਡੇ ਨਾਲ ਸਲੂਕ ਕਰਿਆ ਗਿਆ ਜਿਹੜਾ ਅਸੀਂ ਅੱਜ ਤੱਕ ਕਿਸੇ ਵੀ ਇਤਿਹਾਸ ਦੇ ਵਿੱਚ ਸੁਣਿਆ ਨਹੀਂ ਕਿ ਆਪਣੀ ਕੌਮ ਦੇ ਨਾਲ ਆਪਣੀਆਂ ਸਰਕਾਰਾਂ ਆਪਣੀ ਪ੍ਰਜਾ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੀਆਂ ਹੋਣ। ਤਾਂ ਸਾਨੂੰ 90 ਦਿਨ ਉੱਥੇ ਬੜੇ ਵੱਡੇ ਤਸੀਹੇ ਦਿੱਤੇ ਗਏ। ਸਾਡੀ ਪਛਾਣ ਬਕਾਇਦਾ ਕਰੀ ਗਈ। 10,000 ਵਿੱਚੋਂ ਸਾਨੂੰ 365 ਜਿਹੜੇ ਬਲੱਡ ਜੰਗ ਨੌਜਵਾਨ ਮੁੰਡੇ ਸੀ ਉਹ ਛਾਂਟ ਲਏ ਗਏ। ਉਹਨਾਂ ਨੂੰ ਫਿਰ ਲਿਆ ਕੇ ਨਾਭੇ ਇੱਥੇ ਸਾਡੇ ਰਿਮਾਂਡ ਜਿਹੜਾ ਲੱਡਾ ਕੋਠੀ ਤੇ ਆਪੋ ਆਪਣੇ ਥਾਣਿਆਂ 'ਚ ਰਿਮਾਂਡ ਲਿਆ ਕੇ ਬੜੇ ਤਸੀਹੇ ਦਿੱਤੇ ਗਏ ਤੇ ਇੱਥੇ ਸਾਨੂੰ 6 ਮਹੀਨੇ ਰੱਖ ਕੇ ਲਗਭਗ ਫਿਰ ਸਾਨੂੰ ਜੋਧਪੁਰ ਦੀ ਜੇਲ੍ਹ ਵਿੱਚ ਤਾੜਿਆ ਗਿਆ, ਜਿਹੜੀ ਕਿ ਆਪਣੇ ਆਪ ਵਿੱਚ ਕਾਲਾ ਪਾਣੀ ਨਾਲੋਂ ਵੀ ਬਹੁਤ ਬਦਤਰ ਜੇਲ੍ਹ ਹੈ, ਬਹੁਤ ਹੀ ਮਾੜੀ ਜੇਲ੍ਹ ਹੈ। ਉਹਦੇ ਹਰ ਵਕਤ ਉਹ ਤਪਦੀ ਹੈ ਤੇ ਠੰਡ ਵਿੱਚ ਬੜੀ ਠੰਡੀ ਹੋ ਜਾਂਦੀ ਹੈ। ਇੱਕ ਉੱਥੇ ਅਸੀਂ ਪੰਜਾਬ ਨਾਲੋਂ ਕੱਟੇ ਗਏ। ਸਾਡੇ ਖਾਣ ਪੀਣ ਦਾ ਤੇ ਹੋਰ ਜੋ ਵੀ ਸਾਡਾ ਉੱਥੇ ਰਹਿਣ ਬਹਿਣ ਦਾ ਬੜਾ ਤਸੀਹਾ ਭਰਿਆ ਸਮਾਂ ਸੀਗਾ। ਇਸ ਪ੍ਰਕਾਰ ਸਾਡੇ ਰਿਮਾਂਡ ਲਿਜਾ ਕੇ ਉਹ ਤਸੀਹੇ ਦਿੱਤੇ ਗਏ ਜੋ ਅਸੀਂ ਇੱਥੇ ਬੋਲ ਨਹੀਂ ਸਕਦੇ, ਜੋ ਕਹਿ ਨਹੀਂ ਸਕਦੇ ਕਿ ਸਾਨੂੰ ਚੱਡੇ ਪਾੜਨ ਤੋਂ ਲੈ ਕੇ ਸਾਨੂੰ ਰੱਸਿਆਂ ਤੋਂ ਟੰਗਣ ਤੋਂ ਲੈ ਕੇ ਘੋਟੇ ਲਾਉਣ ਤੱਕ ਤੇ ਗੁਦਾ ਦੇ ਵਿੱਚ ਮਿਰਚਾਂ ਪਾਉਣ ਤੱਕ, ਪੈਟਰੋਲ ਪਾਉਣ ਤੱਕ ਅਨੇਕਾਂ ਪ੍ਰਕਾਰ ਦੇ ਤਸੀਹੇ ਉਹ ਦੇ ਕੇ ਬੜੇ ਹੱਸਦੇ ਸੀ। ਇਸ ਪ੍ਰਕਾਰ ਸਾਡੇ ਨਾਲ ਇਹ ਸਮਾਂ ਬੜਾ ਤਸ਼ੱਦਦ ਭਰਿਆ ਰਿਹਾ। ਬੂਟਾ ਸਿੰਘ ਜੀ, ਇੱਕ ਜਿਸ ਤਰ੍ਹਾਂ ਹੁਣ ਬੂਟਾ ਸਿੰਘ ਜੀ ਨੇ ਆਪਦੇ ਤਸ਼ੱਦਦ ਬਾਰੇ ਸਾਰੇ ਦੱਸਿਆ, ਨਾਲ ਹੀ ਇੱਕ ਇਹਨਾਂ ਵੱਲੋਂ ਕਿਤਾਬ ਲਿਖੀ ਗਈ ਹੈ, ਉਹ ਤੁਹਾਨੂੰ ਕਿਤਾਬ ਦਿਖਾਉਣਾ ਚਾਹੁੰਦੇ ਹਾਂ, ਸਾਕਾ ਨੀਲਾ ਤਾਰਾ ਦੇ ਅੱਖੀ ਡਿੱਠੇ ਹਾਲਾਤ। ਇਹਨਾਂ ਵੱਲੋਂ ਇਹ ਬੁੱਕ ਲਿਖੀ ਗਈ ਜਿਹਦੇ ਵਿੱਚ ਸਾਰੀਆਂ ਇਹਨਾਂ ਵੱਲੋਂ ਜਿਹੜੀਆਂ ਆਪਣੇ ਹੁਣ ਤੱਕ ਦੀਆਂ ਜੋ ਤੰਗੀਆਂ ਇਹਨੇ ਝੱਲੀਆਂ ਨੇ ਸਿੱਖ ਕੌਮ ਲਈ ਉਹਦੇ ਬਾਰੇ ਦੱਸਿਆ ਗਿਆ। ਸਰ, ਇਹ ਕਿਤਾਬ ਤੁਸੀਂ ਲਿਖੀ ਗਈ ਹੈ ਤੇ ਉਸ ਤੋਂ ਇੰਨਾ ਤੁਸੀਂ ਤਸ਼ੱਦਦ ਝੱਲਿਆ, ਪਰ ਤੁਹਾਨੂੰ ਹਜੇ ਤੱਕ ਅਣਗੌਲਿਆ ਕੀਤਾ ਕਿਉਂਕਿ ਆਮ ਵੇਖਿਆ ਗਿਆ ਬਹੁਤ ਘੱਟ ਜ਼ਿਕਰ ਤੁਹਾਡਾ ਆਇਆ, ਕਿਉਂਕਿ ਤੁਸੀਂ 365 ਦੇ ਵਿੱਚ ਰਹੇ ਹੋ, ਤੁਹਾਡੇ ਵਾਰ-ਵਾਰ ਤਸ਼ੱਦਦ ਸਰੀਰ 'ਤੇ ਝੱਲਿਆ। ਪਰ ਕੀ ਕਾਰਨ ਰਹਿ ਗਿਆ ਵੀ ਤੁਹਾਨੂੰ ਲੱਗਦਾ ਕਿ ਹਜੇ ਵੀ ਤੁਸੀਂ ਬਲੂ ਸਟਾਰ ਮਨਾਇਆ ਜਾਂਦਾ, ਹੁਣ 6 ਤਰੀਕ ਨੂੰ ਫਿਰ ਮਨਾਇਆ ਜਾ ਰਿਹਾ, ਵੀ ਤਸ਼ੱਦਦ ਝੱਲਣ ਵਾਲਿਆਂ ਨੂੰ ਕਿਤੇ ਨਾ ਕਿਤੇ ਇਗਨੋਰ ਕੀਤਾ ਕਹਿ ਸਕਦੇ ਆਪਾਂ, ਵੀ ਕੀ ਕਾਰਨ ਰਹਿ ਜਾਂਦਾ ਇਹਦੇ ਪਿੱਛੇ? ਇਹਦੇ ਵਿੱਚ ਵੱਡਾ ਕਾਰਨ ਤਾਂ ਸਾਡੀ ਕੌਮ ਦੇ 'ਚ ਫੁੱਟ ਹੈ। ਇਹ ਵੀ ਮੈਂ ਮਹਿਸੂਸ ਕਰਦਾ ਕਿ ਜਿਹੜੇ ਅਸੀਂ ਲੋਕ ਸੰਤ ਬਾਬਾ ਜਰਨੈਲ ਸਿੰਘ ਦੀ ਸੋਚ ਨੂੰ ਸਮਰਪਿਤ ਸਾਂ ਤੇ ਉਹਨਾਂ ਦੇ ਹੁਕਮ ਤੇ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਤੱਕ ਡਟੇ ਹੋਏ ਹਾਂ। ਪਰ ਉਸ ਤੋਂ ਬਾਅਦ ਹਾਲਾਤ ਐਸੇ ਬਦਲੇ, ਐਸੇ ਹਾਲਾਤਾਂ ਦੇ ਵਿੱਚ ਦੀ ਮਤਲਬ ਸਾਨੂੰ ਗੁਜ਼ਰਨਾ ਪਿਆ ਤੇ ਉਹਨਾਂ ਦੇ ਵਿੱਚ ਮੈਂ ਇਹੀ ਕਹਿ ਸਕਦਾ ਕਿ ਕੌਮ ਨੂੰ ਇਹ ਬੇਨਤੀ ਹੋਈ ਹੈ। ਮੈਂ ਹੋਰ ਤਾਂ ਕੋਈ ਬਾਹਲੀ ਵੱਡੀ ਮੰਗ ਨਹੀਂ ਕਰਦਾ। ਮੈਂ ਇਹ ਮੰਗ ਕਰਦਾ ਕਿ ਮੈਂ ਆਪਣੇ ਜੀਵਨ ਤੋਂ ਮਹਿਸੂਸ ਕਰਦਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਮੇਰੀ ਡਿਊਟੀ ਲਾਈ ਸੀ ਇਤਿਹਾਸ ਲਿਖਣ ਦੀ ਤੇ ਉਸ ਇਤਿਹਾਸ ਨੂੰ ਮੈਂ ਬਾਖੂਬੀ ਇਮਾਨਦਾਰੀ ਨਾਲ ਕੁੱਟ ਖਾਂਦਿਆਂ ਹੋਇਆਂ, ਗਰੀਬੀ 'ਚ ਰਹਿੰਦਿਆਂ ਹੋਇਆਂ, ਪੂਰਾ 10 ਸਾਲ BC ਰਹਿੰਦਿਆਂ ਹੋਇਆਂ, ਆਪਣੀ ਆਰਥਿਕ ਹਾਲਤ ਦੇ ਪਤਲੀ ਹੁੰਦਿਆਂ ਹੋਇਆਂ ਹੁਣ ਤੱਕ ਮੈਂ ਉਹਨੂੰ ਨਿਭਾ ਕੇ ਇਹ ਪਹਿਲੀ ਕਿਤਾਬ ਜਿਹੜੀ ਹੈ ਸਿੰਘ ਬੁੱਕੇ, ਇਹ ਕਿਤਾਬ ਛਪੀ ਜਿਹਦੇ ਵਿੱਚ ਪੂਰਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕੀ ਚਾਹੁੰਦੇ ਸਨ, ਕਹਿੰਦੇ ਕੀ ਸਨ, ਉਹਨਾਂ ਦੇ ਨਾਲ ਕੀ ਹਾਲ ਵਾਪਰਿਆ, ਉਹਨਾਂ ਦਾ ਪ੍ਰਚਾਰ ਕੀ ਸੀ, ਉਸ ਤੋਂ ਬਾਅਦ ਉਹਨਾਂ ਦੇ ਪ੍ਰਚਾਰ ਦਾ ਅਸਰ ਜਿਹੜਾ ਹੈਗਾ ਉਹ ਬਿਲੂ ਸਟਾਰ ਵਿੱਚ ਨਿਕਲਦਾ ਹੈ, ਬਿਲੂ ਸਟਾਰ 'ਚ ਕੀ ਵਾਪਰਦਾ ਹੈ ਅਤੇ ਬਿਲੂ ਸਟਾਰ ਤੋਂ ਬਾਅਦ ਜਿਹੜਾ ਮੈਂ ਇਹਦਾ ਨਾਮ ਚੌਥਾ ਘੱਲੂ ਘਾਰਾ ਵੀ ਕਹਿੰਦਾ ਕਿ ਉਹ ਕੀ ਵਾਪਰਦਾ, ਉਹ ਸਾਰਾ ਮੈਂ 4 ਭਾਗਾਂ ਇਹ ਕਿਤਾਬ ਵਿੱਚ ਲਿਖਿਆ। ਤੇ ਇਹਦੇ ਕਿਤਾਬ ਬਾਰੇ 365 ਬੰਦਿਆਂ ਨੂੰ, ਮੇਰੇ ਨਾਲ ਦਿਆਂ ਨੂੰ ਪੂਰਾ ਪਤਾ ਹੈ ਕਿ ਉੱਥੇ ਜੇਲ੍ਹ ਦੇ ਵਿੱਚ, ਜੋਧਪੁਰ ਦੇ ਵਿੱਚ ਜੇਲ੍ਹ ਦੇ ਵਿੱਚ, ਕਿਉਂਕਿ ਪ੍ਰਕਰਮਾਂ ਤੋਂ ਲੈ ਕੇ ਤੇ ਮੈਂ ਕੈਂਪਾਂ ਦੇ ਵਿੱਚ ਵੀ ਅਸੀਂ ਡਾਕਟਰ ਤੋਂ ਇੱਕ ਪਰਚੀ ਲੈਂਦੇ ਦਵਾਈ ਵਾਸਤੇ, ਉਹ 'ਤੇ ਅਸੀਂ ਮਤਲਬ ਲਿਖਣ ਦਾ ਕੰਮ ਸ਼ੁਰੂ ਕਰਦੇ, ਸਾਰਿਆਂ ਨੂੰ ਪਤਾ ਹੈ। ਤੇ ਹੁਣ ਕਾਰਨ ਜੇ ਮੈਂ ਆਪਣੇ ਮੂੰਹੋਂ ਕਾਰਨ ਕਹਾ ਤੇ ਇੰਨੀ ਫੱਬ ਦੀ ਗੱਲ ਨਹੀਂ, ਸਗੋਂ ਕੌਮ ਸੋਚ ਕੇ ਕਾਰਨ ਕੀ ਹੈ, ਕਿ ਕਾਰਨ ਕੀ ਹੈ ਜਿਹੜੇ ਵਿਅਕਤੀ ਇੰਨੇ ਅਤ ਗਰੀਬੀ ਦੇ ਸਮੇਂ ਵਿੱਚ ਤੇ ਅਤ ਭਿਆਨਕ ਤੱਤੇ ਸਮਿਆਂ ਵਿੱਚ ਵੀ ਉੱਥੇ ਹੀ ਖੜੇ ਰਹੇ, ਸਰਕਾਰਾਂ ਦੇ ਲਾਲਚ ਦੇਣ ਦੇ ਬਾਵਜੂਦ ਵੀ ਖੜੇ ਰਹੇ, ਪਾਰਟੀਆਂ ਦੇ ਲਾਲਚ ਦੇਣ ਦੇ ਬਾਵਜੂਦ ਵੀ ਖੜੇ ਰਹੇ,
ਤਾਂ ਕੌਮ ਨੂੰ ਕਾਰਨ ਪਛਾਣਨੇ ਚਾਹੀਦੇ ਆ ਕਿ ਉਹਨਾਂ ਵਿਅਕਤੀਆਂ ਨੂੰ ਉਹਨਾਂ ਦੀ ਕਿਤਾਬ ਤੱਕ। ਮੈਂ ਤਾਂ ਇਹੀ ਬੇਨਤੀ ਕਰਦਾ ਕਿ ਇਸ ਕਿਤਾਬ ਨੂੰ ਇੱਕ ਵਾਰੀ ਪੜ੍ਹ ਕੇ ਤਾਂ ਦੇਖੋ ਕਿ ਕਿੰਨੀ ਮਿਹਨਤ ਹੋਈ ਹੈ। 10,000 ਸੌਂਗ ਲਿਖਿਆ ਗਿਆ ਉਹ ਸਾਰੇ ਘੱਲੂਘਾਰੇ 'ਤੇ, ਜਿਹਦੀ ਆਪਾਂ ਅੱਜ ਉਸ ਦੁੱਖ ਦੇ ਵਿੱਚ ਸਾਰੀ ਕੌਮ ਉਸ ਹਫ਼ਤੇ ਨੂੰ ਮਨਾ ਰਹੇ ਆ। ਅਤੇ ਉਸ ਨੂੰ ਮੈਂ ਅੱਖੀਂ ਦੇਖ ਕੇ ਦੇਖੋ ਕਿੰਨਾ ਸਮਾਂ ਲੱਗਿਆ ਹੋਊ, ਕਿਸ ਤਰ੍ਹਾਂ ਹੰਢਾਇਆ ਉਸ ਨੂੰ, ਦੁਬਾਰੇ ਕਿਵੇਂ ਲਿਖਿਆ, ਉਹ ਸਾਰੇ ਨੂੰ ਕਿਵੇਂ ਮਤਲਬ ਮੈਂ ਤਰਤੀਬ ਦਿੱਤੀ। ਚਾਹਾਂਗੀ ਤੁਸੀਂ 2 ਸਤਰਾਂ ਉਸ ਚੀਜ਼ ਦੇ ਜੋ ਤੁਸੀਂ ਆਪਣੇ ਪਿੰਡੇ ਹਟਾਈਆਂ, ਜੋ ਆਪਦੇ ਗੀਤ ਜਾਂ ਕਹਿ ਸਕਦੇ ਆਪਾਂ ਧਾਰਮਿਕ ਇਹ ਗੱਲਾਂ ਵਿੱਚ ਲਿਖਿਆ, ਤੁਸੀਂ ਉਹਨੂੰ ਆਪਣੇ ਜ਼ਰੀਏ ਇੱਕ ਸਾਡੇ ਦਰਸ਼ਕਾਂ ਤੱਕ ਰੱਖੋ। ਹਾਂਜੀ, ਇਹ ਜਿਹੜਾ ਜਿਵੇਂ ਮੈਂ ਆਪ ਜੀ ਨੂੰ ਬੇਨਤੀ ਕਰੀ ਆ ਕਿ ਇਹਦੇ 4 ਭਾਗ ਨੇ, ਅਤੇ ਚਾਰੇ ਜਿਹੜੇ ਭਾਗ ਨੇ ਉਹ ਅੱਡੋ ਅੱਡੀ ਤੁਹਾਨੂੰ ਮੈਂ ਬੋਲ ਕੇ ਦੱਸਿਆ। ਪਹਿਲਾਂ ਤਾਂ ਮੈਂ ਤੁਹਾਨੂੰ ਉੱਥੋਂ ਦੇ ਪ੍ਰਕਰਮਾਂ ਥੋੜ੍ਹਾ ਜਿਹਾ ਹਾਲ ਦੱਸਦਾ ਬਈ। ਗੋਲੀਆਂ ਦੀ ਕਾਰ ਮਟਰਾਂ ਦੀ ਤਾੜ, ਉੱਥੇ ਕੰਨ ਪਈ ਗੱਲ ਨਾ ਸੁਣੇ, ਵਾਹਿਗੁਰੂ ਆਪ ਜਾਣਦਾ ਉਦੋਂ ਕਿੰਝ ਸਿੱਖ ਕੌਮ 'ਤੇ ਬਣੀ। ਉੱਥੇ ਪਹੁੰਚ ਗਏ ਟੈਂਕ ਘੱਤ ਕੇ ਵਹੀਰਾਂ ਨੂੰ, ਲੱਗੇ ਨਵੀਆਂ ਕਰਨ ਫੌਜੀ ਤਦਬੀਰਾਂ ਨੂੰ, ਜਿਉਂਦਿਆਂ ਨੂੰ ਫੜ ਕੇ ਲਿਜਾਣਾ ਦਿੱਲੀ ਸੰਤਾਂ ਨੂੰ, ਖੋਹਣੀ ਅੱਜ ਸੱਪ ਤੋਂ ਬਣੀ, ਵਾਹਿਗੁਰੂ ਆਪ ਜਾਣਦਾ ਉਦੋਂ ਕਿੰਝ ਸਿੱਖ ਕੌਮ 'ਤੇ ਬਣੀ। ਜਿੰਦਾ ਫੜ ਕੇ ਮਾਸੂਮ ਅੱਗ ਵਿੱਚ ਸਾੜ 'ਤੇ, ਕਈ ਫੜ ਨਿਰਦੋਸ਼ ਸੀ ਵਿਚਾਲਿਓਂ ਪਾੜ 'ਤੇ, ਮੋਈ ਹੋਈ ਮਾਂ ਦਾ ਦੁੱਧ ਚੁੰਘਦਾ ਮਾਸੂਮ, ਕੀਤਾ ਗੋਲੀਆਂ ਦੇ ਨਾਲ ਛਾਨਣੀ, ਵਾਹਿਗੁਰੂ ਆਪ ਜਾਣਦਾ ਉਦੋਂ ਕਿੰਝ ਸਿੱਖ ਕੌਮ 'ਤੇ ਬਣੀ। ਆਈ ਕਾਲੀ ਬੋਲੀ ਗੋਲੀਆਂ ਤੇ ਬੰਬਾਂ ਦੀ ਹਨੇਰੀ, ਕੀਤਾ ਤਖਤ ਅਕਾਲ ਪਾਪੀ ਜ਼ਾਲਮਾਂ ਨੇ ਢੇਰੀ, ਤਾਬਿਆ ਗੁਰੂ ਦੀ ਬੈਠਾ ਪਾ ਗਿਆ ਸ਼ਹੀਦੀ ਸਿੰਘ, ਮੱਥਾ ਟੇਕ ਰੂਹ ਚੱਲਦੀ ਬਣੀ, ਵਾਹਿਗੁਰੂ ਆਪ ਜਾਣਦਾ ਉਦੋਂ ਕਿੰਝ ਸਿੱਖ ਕੌਮ 'ਤੇ ਬਣੀ। ਧੜ ਕਿਤੇ ਸੀਸ ਕਿਤੇ ਬਾਹਾਂ ਕਿਤੇ ਹੋਈਆਂ ਪਈਆਂ, ਕੀਤੇ ਕੁਤਰਾ ਸਰੀਰ ਤਕਲੀਫਾਂ ਲੱਖ ਸਈਆਂ, ਮਾਵਾਂ ਤੋਂ ਸੰਭਾਲੇ ਨਹੀਂ ਗਏ ਪੁੱਤ ਸਕੇ, ਸੋਹਣੇ ਲਾਲਾਂ ਦੀ ਕੀ ਸੂਰਤ ਬਣੀ, ਵਾਹਿਗੁਰੂ ਆਪ ਜਾਣਦਾ ਉਦੋਂ ਕਿੰਝ ਸਿੱਖ ਕੌਮ 'ਤੇ ਬਣੀ। ਤਾੜ ਜਾਤਰੂ ਵਿਚਾਰੇ ਬੰਦ ਕਮਰਿਆਂ 'ਚ ਕੀਤੇ, ਪਿੱਛੋਂ ਸੁੱਟ ਗਰਨੇਡ ਸਾਰੇ ਕੀਤਾ ਫੀਤੇ, ਕੀਤਾ ਨਾ ਤਰਸ ਕਿਸੇ ਬਾਲ ਬੁੱਢੇ ਉੱਤੇ, ਦਿਲ ਰਹਿਮਦੀ ਨਾ ਦੀਪਕਾ ਕਣੀ, ਵਾਹਿਗੁਰੂ ਆਪ ਜਾਣਦਾ ਉਦੋਂ ਕਿੰਝ ਸਿੱਖ ਕੌਮ 'ਤੇ ਬਣੀ। ਬੂਟਾ ਸਿੰਘ ਜੀ, ਆਪਾਂ ਗੱਲ ਕਰੀਏ ਪੂਰਾ ਤਸ਼ੱਦਦ ਤੁਹਾਡੇ 'ਤੇ ਢਾਇਆ ਗਿਆ, ਹੁਣ ਵੀ 37 ਸਾਲ ਹੋ ਚੁੱਕੇ ਨੇ। 37 ਸਾਲਾਂ ਦੇ ਵਿੱਚ ਜਿਵੇਂ ਹੁਣ ਅੱਜ ਦਿਨ ਚੱਲ ਰਹੇ ਨੇ 1 ਜੂਨ ਤੋਂ ਸ਼ੁਰੂ ਹੋ ਚੁੱਕੇ ਨੇ, ਤੇ ਉਹ ਲੰਮਾ ਤੁਹਾਨੂੰ ਹੁਣ ਵੀ ਯਾਦ ਆਉਂਦਾ, ਕਿਉਂਕਿ ਉਹ ਸਮਾਂ ਕਿਤੇ ਨਾ ਕਿਤੇ ਕਹਿ ਸਕਦੇ ਜੋ ਅੱਖਾਂ ਗੋਲੀਆਂ ਚੱਲੀਆਂ, ਵੱਡੇ ਧਮਾਕੇ ਕੀਤੇ ਗਏ, ਉਹ ਮੰਜ਼ਰ ਅੱਜ ਵੀ ਤੁਹਾਡੇ ਦਿਮਾਗ ਦੇ ਜ਼ਿਹਨ ਵਿੱਚ ਕਿਤੇ ਆਉਂਦਾ, ਰਾਤ ਨੂੰ ਸੁੱਤੇ ਪਿਆ ਜੇ ਕਿਤੇ ਇੱਦਾਂ? ਦੇਖੋ, ਜੇ ਉਹ ਦਿਮਾਗ 'ਚ ਆਉਂਦਾ ਤਾਂ ਕਵਿਤਾ ਬਣਦੀ ਹੈ। ਦਿਮਾਗ ਦੇ ਵਿੱਚੋਂ ਉਹ ਗੱਲ ਨਿਕਲਣ ਵਾਲੀ ਹੈ ਹੀ ਨਹੀਂ ਹੈ। ਜਿਹੜਾ ਸਿੱਖ ਆਪਦੇ ਗੁਰੂ ਦੇ ਗੋਲੀਆਂ ਵੱਜਦੀਆਂ ਵੇਖਦਾ, ਆਪਦੀ ਕੌਮ ਨੂੰ ਕੁਤਰਾ ਹੁੰਦਾ ਵੇਖਦਾ, ਆਪਦੀਆਂ ਮਾਵਾਂ ਧੀਆਂ ਤੇ ਭੈਣਾਂ ਦੀ ਬੇਪੱਤੀ ਹੁੰਦੀ ਵੇਖਦਾ, ਤਾਂ ਤੁਸੀਂ ਇਹ ਸੋਚ ਸਕਦੇ ਹੋ ਕਿ ਮੈਂ ਇਸੇ ਹਾਲਤ ਵਿੱਚ 365 ਬੰਦੇ ਮੇਰੇ ਸਾਥੀ ਗਵਾਹੀ ਦੇਣਗੇ ਕਿ ਮੈਂ ਰਾਤ ਨੂੰ 15-20 ਮਿੰਟ ਸਿਰਫ ਸੌਂਦਾ ਰਿਹਾ, ਉਹ ਵੀ ਅੱਖਾਂ ਬੰਨ੍ਹ ਕੇ, ਜਦੋਂ ਮੈਂ ਬਿਲਕੁਲ ਨਿਹਾਤ ਹੋ ਜਾਂਦਾ ਸੀਗਾ। ਨਹੀਂ ਤਾਂ ਫਿਰ ਮੈਂ ਜਿਹੜਾ 10,000 ਸੌਂਗ ਮੈਂ ਕਹਿ ਰਿਹਾ ਨਾ, 10,000 ਸੌਂਗ ਲਿਖਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਜੇ ਉਹ ਮੇਰੇ ਅੰਦਰ ਖੂਨ ਖੌਲਦਾ, ਜੇ ਮੇਰੇ ਅੰਦਰ ਉਹ ਸਪਿਰਿਟ ਉਬਲਦਾ, ਤਾਂ ਫਿਰ ਉਹ ਅੱਖਰਾਂ ਦਾ ਰੂਪ ਲੈਂਦਾ, ਫਿਰ ਉਹ ਕਵਿਤਾ ਦਾ ਰੂਪ ਲੈਂਦਾ। ਦੂਜੀ ਗੱਲ ਕਿ ਸਾਨੂੰ ਕੁੱਟਿਆ ਮਾਰਿਆ ਹੀ ਇਸ ਹਿਸਾਬ ਨਾਲ ਗਿਆ ਕਿ ਜੇ ਅਸੀਂ ਲਿਖਣ ਤੋਂ ਥੋੜ੍ਹਾ ਜਿਹਾ ਪੈਣ ਦਾ ਯਤਨ ਕਰਦੇ ਹਾਂ, ਜਾਂ ਸਾਡੇ ਗੋਡੇ ਜਾਂ ਸਾਡੇ ਮੋਢੇ ਅਤੇ ਜਾਂ ਸਾਡੀ ਰੀੜ੍ਹ ਦੀਆਂ ਹੱਡੀਆਂ ਅਤੇ ਜਾਂ ਸਾਡੀਆਂ ਅੱਖਾਂ, ਸਾਡਾ ਦਿਮਾਗ, ਉਹ ਸਾਰਾ ਟਸ ਕਰਕੇ ਸਾਨੂੰ ਯਾਦ ਕਰਾਉਂਦਾ ਕਿ ਤੁਸੀਂ ਕਿਹੜੇ ਸਮੇਂ ਵਿੱਚ ਨਿਕਲੇ ਹੋ, ਤਾਂ ਉਹ ਭੁੱਲ ਸਕਦੀ ਨਹੀਂ ਗੱਲ। ਅਤੇ ਇੱਕ ਜਿਹੜਾ ਜਿਹਨੂੰ ਅਸੀਂ ਕੋਮਲ ਹਿਰਦਾ ਕਵੀ ਕਹਿੰਦੇ ਹਾਂ, ਕਵਿਤਾ ਲਿਖਣ ਵਾਲਾ ਕਹਿੰਦੇ ਹਾਂ, ਉਸ ਨੂੰ ਤੇ ਆਮ ਬੰਦੇ ਨਾਲੋਂ ਲਗਭਗ 99% ਜ਼ਿਆਦਾ ਚੀਜ਼ ਉਹਨੂੰ ਟੱਚ ਕਰਦੀ ਹੈ, ਉਹਨੂੰ ਜ਼ਿਆਦਾ ਮਹਿਸੂਸ ਹੁੰਦੀ ਹੈ। ਤਾਂ ਇਸ ਵਾਸਤੇ ਸੱਚੇ ਪਾਤਸ਼ਾਹ ਨੇ ਵੀ ਕਿਹਾ ਸੀ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਇੱਕੋ ਫਕੀਰ ਕਵੀ ਬੋਲਿਆ ਸੀ। ਤਾਂ ਇਸ ਵਾਸਤੇ ਮੈਂ ਇਸ ਸਾਰੇ ਸਾਕੇ ਦਾ ਕਵੀ ਹਾਂ, ਮੈਂ ਇਹਦਾ ਸਾਕਸ਼ਾਤ ਜਿਹੜਾ ਗਵਾਹ ਹਾਂ, ਅਤੇ ਉਹ ਮੇਰੇ ਪਿੰਡੇ ਨਾਲ ਵਾਪਰਿਆ ਹੈ, ਮੇਰੇ ਨਾਲ ਉਹ ਸਾਰਾ ਕੁਝ ਹੋਇਆ ਹੈ, ਅਤੇ ਮੈਂ ਦੂਸਰਿਆਂ ਦੀ ਪੀੜ ਵੀ ਮਹਿਸੂਸ ਕਰਦਾ ਕਿ ਦੂਜਿਆਂ ਨਾਲ ਕੀ ਹੋਇਆ ਹੋਵੇਗਾ। ਇਸ ਵਾਸਤੇ ਮੈਨੂੰ ਉਹ ਭੁੱਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਭੁੱਲਣਾ ਹੁੰਦਾ ਅਤੇ ਜਦੋਂ ਸਰਕਾਰਾਂ ਸਾਨੂੰ ਲਾਲਚ ਦਿੰਦੀਆਂ ਸਨ, ਜਾਂ ਜਦੋਂ ਪਾਰਟੀਆਂ ਲਾਲਚ ਦਿੰਦੀਆਂ ਸਨ ਕਿ ਤੁਸੀਂ ਥੋੜ੍ਹਾ ਜਿਹਾ ਪਾਸਾ ਵੱਟ ਲਓ, ਢਿੱਲੇ ਹੋ ਜਾਓ, ਇੱਧਰ ਉੱਧਰ ਹੋ ਜਾਓ, ਤਾਂ ਜੇ ਭੁੱਲਣ ਵਾਲੇ ਹੁੰਦੇ ਤਾਂ ਉਦੋਂ ਭੁੱਲ ਜਾਂਦੇ। ਹੁਣ ਤਾਂ ਅਰਦਾਸ ਹੈ
ਸੰਗਤ ਵੀ ਅਰਦਾਸ ਕਰੇ ਕਿ ਬਾਕੀ ਦੇ ਸਵਾਸ ਇਸੇ ਪ੍ਰਕਾਰ ਉਹਨਾਂ ਸ਼ਹੀਦਾਂ ਦੀ ਯਾਦ ਨੂੰ, ਅੱਜ ਵੀ ਮੈਂ ਇੱਕ ਕਵਿਤਾ ਲਿਖ ਰਿਹਾ ਸੀਗਾ ਕਿ ਸ਼ਹੀਦਾਂ ਦੀ ਯਾਦ ਨੂੰ ਅਸੀਂ ਭੁੱਲ ਚੁੱਕੇ ਹਾਂ, ਸ਼ਹੀਦਾਂ ਦੀ ਯਾਦ ਨੂੰ ਅਸੀਂ ਲਗਭਗ ਵਿਸਾਰਨ ਦੇ ਕਿਨਾਰੇ ਤੇ ਖੜੇ ਹੋਏ ਹਾਂ। ਅਸੀਂ ਸਿਰਫ ਇਹ ਜਿਹੜਾ ਹਫ਼ਤਾ ਮਨਾ ਕੇ ਉਸ ਤੋਂ ਬਾਅਦ ਇਹ ਵੀ ਹਫ਼ਤਾ ਅਸੀਂ ਮਨਾ ਰਹੇ ਹਾਂ, ਤਾਂ ਫਿਰ ਉਸ ਤੋਂ ਬਾਅਦ ਸਾਨੂੰ ਬਹੁਤਾ ਨਹੀਂ ਕੋਈ ਅਹਿਸਾਸ ਹੁੰਦਾ ਕਿ ਸਾਡੇ ਨਾਲ ਕੀ ਹੋਇਆ ਹੈ। ਇਹ ਦੁੱਖ ਹੈ, ਇਸ ਵਾਸਤੇ ਭੁੱਲਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਇਹ ਸਾਕਾ ਹੀ ਨਹੀਂ ਭੁੱਲਣ ਵਾਲਾ ਹੈ। ਇੰਨਾ ਜ਼ਿਆਦਾ ਇਸ, ਜੇ ਮੈਂ ਕਹਿ ਦਿਆਂ ਕਿ ਆਜ਼ਾਦ ਦੇਸ਼ ਵਿੱਚ, ਇੱਕ ਆਜ਼ਾਦ ਦੇਸ਼ ਦੇ ਵਿੱਚ ਇੱਕ ਕੌਮ ਦੇ ਨਾਲ ਇਹ ਤਰਾਸ਼ਦੀ ਹੋਣੀ, ਨਸਲ ਕੁਸ਼ੀ ਹੋਣੀ, ਇਹ ਤਾਂ ਕਦੇ ਦਰਖਤ ਤੇ ਇੱਟਾਂ ਵੀ ਨਹੀਂ ਭੁੱਲਣਗੀਆਂ, ਕਦੇ ਇਹ ਹਵਾਵਾਂ ਨਹੀਂ ਭੁੱਲੂ, ਆਕਾਸ਼ ਨਹੀਂ ਭੁੱਲੂਗਾ, ਬੰਦਾ ਤਾਂ ਭੁੱਲ ਹੀ ਕੀ ਸਕਦਾ। ਇਹ ਸਨ ਬੂਟਾ ਸਿੰਘ ਜੀ, ਜਿਨ੍ਹਾਂ ਵੱਲੋਂ ਜਿਹੜਾ ਆਪਣਾ ਦੁਖਾਂਤ ਆ ਉਹ ਦੱਸਿਆ ਗਿਆ, ਕਿਉਂਕਿ ਉਹਨਾਂ ਵੱਲੋਂ ਸਮੇਂ ਦੇ ਸਾਰੇ ਦੁੱਖ ਹੰਢਾਏ ਗਏ ਨੇ। ਲਗਾਤਾਰ ਜਿਹੜਾ 37 ਸਾਲ ਹੋ ਚੁੱਕੇ ਨੇ ਉਸ ਘਟਨਾ ਨੂੰ। ਇਹਨਾਂ ਵੱਲੋਂ ਆਪਣੀ ਇੱਕ ਕਿਤਾਬ ਦੇ ਵਿੱਚ ਉਹਨਾਂ ਜੋ ਆਪ ਦੇ ਉੱਪਰ ਹੰਢਾਇਆ, ਤਣ ਦੇ ਉੱਪਰ ਹੰਢਾਇਆ, ਮਨ ਦੇ ਉੱਪਰ ਹੰਢਾਇਆ, ਉਹ ਇਸ ਕਿਤਾਬ ਦੇ ਜ਼ਰੀਏ ਲਿਖਿਆ ਗਿਆ। ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਹੁਣ ਤੱਕ ਹੈਗਾ ਇਹਨਾਂ ਨੂੰ ਅਣਗੌਲਿਆ ਕੇ ਰੱਖਿਆ ਗਿਆ ਸੀਗਾ, ਕਿਉਂਕਿ ਇਹਨਾਂ ਜਿਹੜੇ 365 ਸਿੱਖ ਸੀਗੇ ਜਿਨ੍ਹਾਂ ਨੂੰ ਉਸ ਸਮੇਂ ਗ੍ਰਿਫਤਾਰ ਤੋਂ ਵੱਧ ਵੀ ਕੀਤੇ ਗਏ ਸੀ, ਪਰ ਇਹ ਉਹ ਨੇ ਜਿਨ੍ਹਾਂ ਨੂੰ 365 ਵਿੱਚ ਰੱਖਿਆ ਗਿਆ ਸੀਗਾ, ਜਿਨ੍ਹਾਂ ਉੱਪਰ ਜੇਲ੍ਹ ਵਿੱਚ ਵੀ ਤਸ਼ੱਦਦ ਹੋਇਆ, ਉਸ ਸਮੇਂ ਵੀ ਤਸ਼ੱਦਦ ਹੋਇਆ, ਜੇਲ੍ਹ ਵਿੱਚ ਵੀ ਉਹਨਾਂ ਵੱਲੋਂ ਆਪਣਾ ਜਿਹੜਾ ਵਰਨਣ ਸਾਰਾ ਕੀਤਾ ਗਿਆ। ਪਰ ਹੁਣ ਜਿਹੜਾ ਨਾਲ ਹੀ ਉਹਨਾਂ ਵੱਲੋਂ ਇੱਕ ਗਿਲਾ ਕਹਿ ਸਕਦੇ ਆਪਾਂ ਕਿਤੇ ਨਾ ਕਿਤੇ ਹੈ ਕਿ ਸਿੱਖ ਕੌਮ ਨੇ ਉਹਨਾਂ ਦਾ ਹਜੇ ਤੱਕ ਜਿਹੜਾ ਹੱਥ ਖੁੱਲ੍ਹ ਕੇ ਨਹੀਂ ਫੜਿਆ ਗਿਆ, ਤਾਂ ਹੀ ਉਹ ਆਪਣੇ ਜਿਹੜੇ ਨੇ ਜਜ਼ਬਾਤ ਨੇ ਉਹ ਇੱਕ ਕਿਤਾਬ ਦੇ ਜ਼ਰੀਏ ਸਾਰਿਆਂ ਨੂੰ ਸਾਹਮਣੇ ਪੇਸ਼ ਕਰਦੇ ਨੇ। ਸਾਡੇ ਜਗਬਾਣੀ ਟੀਵੀ ਵੱਲੋਂ ਇਹ ਖਾਸ ਪੇਸ਼ਕਸ਼ ਕੀਤੀ ਗਈ ਹੈ ਕਿ ਅੱਜ ਘੱਲੂਘਾਰੇ ਦਿਵਸ ਮਨਾਇਆ ਜਾ ਰਿਹਾ ਹੈਗਾ। ਇਸ ਦੇ ਉੱਪਰ ਜਿਹੜਾ ਅਸੀਂ ਬੂਟਾ ਸਿੰਘ ਜੀ ਨਾਲ ਆਪਾਂ ਗੱਲਬਾਤ ਕੀਤੀ ਆ, ਉਹਨਾਂ ਜੋ ਘਟਨਾ ਸੀ ਉਸ ਸਮੇਂ ਹੋਈ ਉਹ ਸਾਰੀ ਦੱਸੀ ਗਈ ਹੈ। ਫਰੀਦਕੋਟ ਤੋਂ ਜਗਬਾਣੀ ਟੀਵੀ ਲਈ ਕੈਮਰਾਮੈਨ ਧਰਮਿੰਦਰ ਦੇ ਨਾਲ ਜਗਤਾਰ ਸਿੰਘ ਦੀ ਰਿਪੋਰਟ।